ਸੋ ਦੋਸਤੋ ਡਾਕਟਰ ਖਾਦਰਵਾਲੀ ਨੇ ਬਹੁਤ ਹੀ ਥੋੜੇ ਜਿਹੇ ਸ਼ਬਦਾਂ 'ਚ ਬਹੁਤ ਹੀ ਸੁੰਦਰ ਢੰਗ ਦੇ ਨਾਲ ਜਿਹੜੀ ਮਹੱਤਤਾ ਹੈ ਸਾਡੇ ਸਿਹਤ ਵਾਸਤੇ ਖੁਰਾਕ ਦੀ ਬਹੁਤ ਹੀ ਪਿਆਰੇ ਸ਼ਬਦਾਂ ਨਾਲ ਦੱਸੀ ਹੈ ਕਿਸ ਤਰ੍ਹਾਂ ਜਿਹੜੇ ਤੇਜ਼ੀ ਨਾਲ ਗਲੂਕੋਸ ਵਧਾਉਣ ਵਾਲੇ ਗ੍ਰੇਨਸ ਨੇ ਅਨਾਜ ਨੇ ਉਹ ਜੜ ਬਣਦੇ ਆ। ਇਹ ਡਾਕਟਰ ਖਾਦਰਵਾਲੀ ਨਹੀਂ ਕਹਿ ਰਹੇ, ਪੂਰੀ ਦੀ ਪੂਰੀ ਮੈਡੀਕਲ ਰਿਸਰਚ ਜਿਹੜੀ ਇਸ ਗੱਲ ਨੂੰ ਅਸੈਪਟ ਕਰ ਚੁੱਕੀ ਹੈ ਕਿ ਉਹ ਖਾਣੇ ਜਿਹੜੇ ਖੂਨ 'ਚ ਸ਼ੂਗਰ ਦਾ ਹੜ੍ਹ ਲਿਆ ਦਿੰਦੇ ਆ, ਉਹਦੇ ਮਗਰੇ ਇਨਸੂਲਿਨ ਦਾ ਹੜ੍ਹ ਲਿਆਉਣਾ ਪੈਂਦਾ ਸਰੀਰ ਨੂੰ ਉਹਨੂੰ ਥੱਲੇ ਲਿਆਉਣ ਲਈ। ਉਹ ਜਿਹੜੀ ਜੋੜੀ ਹੈ ਹਾਈ ਸ਼ੂਗਰ ਅਤੇ ਹਾਈ ਇਨਸੂਲਿਨ ਦੀ, ਇਹ ਦੋ ਭੂਤ ਨੇ ਜਿਹੜੇ ਇਲ ਹੈਲਥ ਕ੍ਰੀਏਟ ਕਰਦੇ ਆ ਅਤੇ ਇਹਨਾਂ ਤੋਂ ਬਚਣਾ ਬੇਹੱਦ ਜ਼ਰੂਰੀ ਹੈ। ਉਹਨਾਂ ਤੋਂ ਬਚਣ ਲਈ ਡਾਕਟਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਕਿ ਜਿਹੜੇ ਬੈਸਟ ਗ੍ਰੇਨਸ ਨੇ ਉਹ 5 ਗ੍ਰੇਨਸ ਨੇ ਜਿਹਨਾਂ ਨੂੰ ਡਾਕਟਰ ਸਾਹਿਬ ਪੋਜ਼ੀਟਿਵ ਗ੍ਰੇਨਸ ਕਹਿੰਦੇ ਆ, ਜਿਹੜੇ ਕੋਦਰਾ, ਕੁਟਕੀ, ਕੰਗਣੀ, ਹਰੀ ਕੰਗਣੀ ਅਤੇ ਸਵਾਂਖ ਬੈਸਟ ਨੇ। ਉਹਨਾਂ ਦੀ 25 ਸਾਲ ਦੀ ਰਿਸਰਚ 'ਚੋਂ ਨਿਕਲੇ ਆ ਇਹ। 25 ਸਾਲ ਹੋ ਗਏ ਉਹਨਾਂ ਨੂੰ ਇਸ ਗੱਲ 'ਤੇ ਰਿਸਰਚ ਕਰਦਿਆਂ ਨੂੰ। ਜਦੋਂ ਇਹਨਾਂ ਨੇ ਹੈਲਥ ਦਾ ਸਿਨੈਰੀਓ ਅਮਰੀਕਾ 'ਚ ਦੇਖਿਆ ਸੀਗਾ, ਇੱਕ ਉਸ ਲੜਕੀ 6 ਸਾਲ ਦੀ ਲੜਕੀ ਨੂੰ ਜਿਹੜੀ 6 ਸਾਲ 'ਚ ਮੈਂਸਟਰੂਏਟ ਕਰਨ ਲੱਗ ਗਈ ਸੀ, ਉਹਨੂੰ ਦੇਖ ਕੇ ਮੈਂਟਲੀ ਅਪਸੈਟ ਹੋ ਗਏ ਸੀ। ਅਤੇ ਇਹਨਾਂ ਨੇ ਜਦੋਂ ਆਪਣੇ ਕੰਟਰੀ 'ਚ ਵੀ ਜਾ ਕੇ ਦੇਖਿਆ ਤਾਂ ਉੱਥੇ ਵੀ ਇਹੀ ਸਿਚੁਏਸ਼ਨ ਸੀ। ਤਾਂ ਅਮਰੀਕਾ ਦੀ ਨੌਕਰੀ ਛੱਡ ਕੇ ਆ ਗਏ ਅਤੇ ਇਹਨਾਂ ਨੇ ਇੱਥੇ ਆ ਕੇ ਰਿਸਰਚ ਕੀਤੀ ਵੀ ਇਹਦਾ ਕੋਈ ਬਦਲ ਲੱਭੀ ਹੈ, ਇੱਦਾਂ ਤਾਂ ਗੱਲ ਨਹੀਂ ਬਣਨੀ। ਤਾਂ ਉਹਨਾਂ ਨੇ ਫਿਰ 25 ਸਾਲ ਦੀ ਰਿਸਰਚ ਔਰ ਅੱਜ ਸਾਨੂੰ ਹਿਊਮੈਨਿਟੀ ਨੂੰ ਇੱਕ ਬਿਊਟੀਫੁਲ ਗਿਫਟ ਦਿੱਤਾ। ਅਤੇ ਉਹ ਅਸੀਂ ਜਿਹੜਾ ਪਿਛਲੇ 2 ਸਾਲ ਤੋਂ ਬਹੁਤ ਐਕਸਟੈਂਸਿਵਲੀ ਟਰਾਈ ਕੀਤਾ ਔਰ ਵੰਡਰਫੁਲ ਰਿਜ਼ਲਟਸ ਨੇ, ਵੰਡਰਫੁਲ ਰਿਜ਼ਲਟਸ। ਅਤੇ ਸਲੂਟ ਹੈ ਡਾਕਟਰ ਸਾਹਿਬ ਨੂੰ ਇਸ ਗੱਲ 'ਤੇ। ਮੈਂ ਸਮਝਦਾ ਕਿ ਡਾਕਟਰ ਖਾਦਰਵਾਲੀ ਦੀ ਜਿਹੜੀ ਪੂਰੀ ਹਿਊਮੈਨਿਟੀ ਨੂੰ ਅੱਜ ਅਮਰੀਕਾ ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ ਕਿਹੜਾ ਕੰਟਰੀ ਹੈ ਜਿੱਥੋਂ ਇਹ ਰਿਸਪਾਂਸ ਨਹੀਂ ਆ ਰਿਹਾ ਕਿ ਮਿਲਟਸ ਜਿਹੜੇ ਨੇ ਸਾਡੇ ਵਾਸਤੇ ਇੱਕ ਪ੍ਰੇਸ਼ੀਆਨੇ ਵਰਦਾਨ ਸਾਬਤ ਹੋ ਰਹੇ ਆ। ਔਰ ਇਸ ਲਈ ਪਿਛਲੇ 2 ਸਾਲਾਂ 'ਚ ਹਜ਼ਾਰਾਂ ਮਰੀਜ਼ ਜਿਹੜੇ ਨੇ ਉਹ ਉਹਨਾਂ ਬਿਮਾਰੀਆਂ ਤੋਂ ਮੁਕਤ ਹੋ ਚੁੱਕੇ ਆ, ਉਹਨਾਂ ਬਿਮਾਰੀਆਂ ਨੂੰ ਰਿਵਰਸ ਕਰ ਚੁੱਕੇ ਆ ਜਿਹਨੂੰ ਮੈਡੀਕਲ ਪ੍ਰੋਫੈਸ਼ਨ ਇਨਕਿਉਰੇਬਲ ਡਿਕਲੇਅਰ ਕਰ ਚੁੱਕਾ। ਇੱਕ ਐਸੀ ਖੋਜ ਹੈ ਮੇਰੇ ਖਿਆਲ ਜਿਹਦੇ 'ਚ ਜੇ ਡਾਕਟਰ ਖਾਦਰਵਾਲੀ ਨੂੰ 100 ਨੋਬਲ ਪ੍ਰਾਈਜ਼ ਵੀ ਮਿਲ ਜਾਣ ਤਾਂ ਥੋੜ੍ਹੇ ਹੋਣਗੇ। ਇਸ ਕਰਕੇ ਉਹਦੇ ਨਾਲ ਜਿਹੜੀ ਸਾਰੀ ਟੀਮ ਬੈਠੀ ਹੈ, ਸਾਰੀ ਹੋਲਿਸਟਿਕ ਡਾਕਟਰਾਂ ਦੀ ਹੈ, ਜਿਹੜੇ ਹੋਲਿਸਟਿਕ ਨੇ ਆਪਣੀ ਅਪਰੋਚ 'ਚ। ਹੋਲਿਸਟਿਕ ਦਾ ਮਤਲਬ ਹੈ ਕਿ ਇਹ ਅੱਡ ਕੰਟਰੀ 'ਚ ਅਲੱਗ-ਅਲੱਗ ਨਾਂ 'ਤੇ ਚੱਲ ਰਹੀ ਹੈ। ਵੈਸਟਰਨ ਕੰਟਰੀ ਨੂੰ ਫੰਕਸ਼ਨਲ ਮੈਡੀਸਨ ਕਹਿਣ ਲੱਗ ਗਏ ਆ। ਫੰਕਸ਼ਨਲ ਮੈਡੀਸਨ ਆਪਾਂ ਇਹਨੂੰ ਇੰਟੈਗਰੇਟਡ ਮੈਡੀਸਨ ਵੀ ਕਹਿ ਸਕਦੇ ਹਾਂ। ਤੋ ਅੱਡ ਨਾਂ 'ਤੇ ਚੱਲ ਰਹੀ ਸੀ। ਇਹਨੂੰ ਹੋਲਿਸਟਿਕ ਦਾ ਨਾਂ ਸਾਨੂੰ ਬੈਸਟ ਲੱਗਿਆ। ਹੋਲਿਸਟਿਕ ਹੈਲਥ ਪੋਪੂਲਰ ਵੀ ਆ, ਗੂਗਲ 'ਤੇ ਵੀ ਖੁੱਲ੍ਹ ਜਾਂਦਾ। ਗੂਗਲ 'ਤੇ ਜਾਓਗੇ ਤਾਂ ਹੋਲਿਸਟਿਕ ਹੈਲਥ ਦੇ ਨਾਂ 'ਤੇ ਖੁੱਲ੍ਹ ਜਾਂਦਾ ਕਾਫੀ ਕੁਛ। ਹੋਲਿਸਟਿਕ ਦਾ ਮਤਲਬ ਹੈ ਕਿ ਬੰਦੇ ਨੂੰ ਕੇਂਦਰ 'ਚ ਰੱਖੋ, ਮਨੁੱਖ ਨੂੰ ਕੇਂਦਰ 'ਚ ਰੱਖੋ, ਉਹਨੂੰ ਜੋ ਵੀ ਚਾਹੀਦਾ ਸਿਹਤਮੰਦ ਰਹਿਣ ਲਈ ਸਾਰਾ ਦਿਓ। ਉਹਨੂੰ ਖੁਰਾਕ ਚਾਹੀਦੀ ਉਹ ਵੀ ਦਿਓ, ਉਹਨੂੰ ਐਕਸਰਸਾਈਜ਼ ਚਾਹੀਦੀ ਉਹ ਵੀ ਦਿਓ, ਉਹਨੂੰ ਯੋਗਾ ਕਰਨ ਦੀ ਲੋੜ ਆ ਉਹ ਵੀ ਕਰੋ, ਉਹਨੂੰ ਕੋਈ ਮੈਡੀਸਨਲ ਪਲਾਂਟਸ ਚਾਹੀਦੇ, ਉਹਨੂੰ ਕੋਈ ਕਾੜੇ ਚਾਹੀਦੇ ਆ, ਉਹਨੂੰ ਕੋਈ ਹੋਮਿਓਪੈਥੀ ਚਾਹੀਦੀ ਹੈ, ਆਯੁਰਵੈਦਿਕ ਚਾਹੀਦਾ, ਨੈਚੁਰੋਪੈਥੀ ਚਾਹੀਦੀ ਹੈ, ਐਕੂਪ੍ਰੈਸ਼ਰ ਚਾਹੀਦਾ, ਜੋ ਵੀ ਚਾਹੀਦਾ ਦੇ ਦਿਓ। ਕੋਈ ਪੈਥੀ ਦਾ ਸਵਾਲ ਹੀ ਨਹੀਂ ਹੈ, ਕੋਈ ਪੈਥੀਆਂ ਦੀ ਲੜਾਈ ਨਹੀਂ ਹੈ। ਪਰਪਜ਼ ਕੀ ਹੈ, ਮਕਸਦ ਕੀ ਹੈ ਕਿ ਮਨੁੱਖ ਨੂੰ ਸਿਹਤਮੰਦ ਰੱਖਣਾ। ਕਿੰਨੇ ਚਿਰ ਵਾਸਤੇ? 125 ਸਾਲ ਲਈ। ਸਾਇੰਸ ਨੇ ਪ੍ਰੂਵ ਕਰਤਾ। ਮੇਰੀ ਇਮੈਜਨਰੀ ਫਿਗਰ ਨਹੀਂ ਹੈ। ਸਾਇੰਟਿਸਟ ਕਹਿੰਦਾ ਕਿ ਹਿਊਮਨ ਬਾਡੀ 115 ਤੋਂ 140 ਸਾਲ ਤੱਕ ਚੱਲਣ ਵਾਸਤੇ, ਹੈਲਦੀ ਚੱਲਣ ਵਾਸਤੇ ਬਣੀ ਹੈ। ਐਵਰੇਜ 125 ਸਾਲ ਬਣ ਗਈ। ਤਾਂ 125 ਸਾਲ ਮਨੁੱਖੀ ਸਰੀਰ ਬਿਨਾਂ ਬਿਮਾਰ ਹੋਏ ਐਕਟਿਵ ਰਹਿ ਸਕਦਾ। 125 ਸਾਲ ਤੁਸੀਂ ਇਮੈਜਨ ਕਰੋ, ਅਸੀਂ ਤਾਂ ਬਹੁਤੇ ਅੱਧ 'ਚ ਲੁੜਕੀ ਜਾ ਰਹੇ ਹਾਂ, ਅੱਧ 'ਚ ਮਸਾਂ ਪਹੁੰਚ ਰਹੇ ਹਾਂ। ਤੁਸੀਂ ਆ ਕੇ ਆਪਣੇ ਪਿੰਡ ਦੀ, ਆਪਣੇ ਸ਼ਹਿਰ ਦੀ ਸੇਵਾਂ ਦੀ ਰਜਿਸਟਰ ਦੇਖ ਲਿਓ, ਤੁਹਾਨੂੰ 50% ਮੌਤਾਂ 70 ਤੋਂ ਥੱਲੇ ਮਿਲਣਗੀਆਂ, ਘੱਟੋ ਘੱਟ 50%। ਔਰ 70 ਤੇ ਆ ਕੇ ਸੋਚਣਾ ਸ਼ੁਰੂ ਕਰ ਦਿੰਦੇ ਵੀ ਬਸ ਹੁਣ ਤਿਆਰੀ ਹੈ। ਤਾਂ ਇਹ ਜਿਹੜਾ ਅਸੀਂ ਮੈਂਟਲ ਟਿਊਨਿੰਗ ਕਰ ਲਈ ਨਾ ਅਸੀਂ 70 ਸਾਲ ਵਾਲੀ, ਇਹ ਵੀ ਬੜੀ ਖਤਰਨਾਕ ਹੈ। ਉਹ ਫਿਰ ਬਿਮਾਰ ਕਰਦੀ ਹੈ। ਜਿੱਦਾਂ ਆ ਪਿਛਲੀ 2 ਸਾਲਾਂ 'ਚ ਆਪਾਂ ਬਿਮਾਰ ਹੋਏ ਹਾਂ, डर के ही मरी गए लोग। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर बिस्वरूप राय चौधरी, डॉक्टर खादरवाली और हमारे पास 250 डॉक्टर्स की टीम। हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयाँ शुगर को भी, BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। यहाँ पे हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज जो कि डेराबस्सी चंडीगढ़ में है।
तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ जो अननेसेसरी दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी दवाई के, बिना किसी सर्जरी के बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, बीपी, शुगर, थायराइड, मोटापा, घुटनों का दर्द, या आप भी हैं इन जैसी किसी भी लाइलाज बीमारी से परेशान, तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। ਸੋ ਅਸੀਂ ਟਿਊਨਿੰਗ ਕਰ ਲਈ ਕਿ 70 ਸਾਲ ਤਾਂ ਬਹੁਤ ਹੁੰਦੇ ਆ, 70 ਸਾਲ ਤੋਂ ਬਾਅਦ ਜਾਣਾ ਹੀ ਹੁੰਦਾ। ਇਹ ਨਹੀਂ ਪਤਾ 70 ਸਾਲ ਤੋਂ ਜ਼ਿੰਦਗੀ ਸ਼ੁਰੂ ਹੁੰਦੀ ਆ, ਜਦੋਂ ਜ਼ਿੰਮੇਵਾਰੀਆਂ ਖਤਮ ਹੋ ਗਈਆਂ, ਹੁਣ ਮਜ਼ੇ ਲਓ, ਬੱਲੇ ਲੁੱਟੋ। तो ये ਜਿਹੜਾ ਵਰਤਾਰਾ ਹੈ ਇਹ ਕਿਵੇਂ ਆਏਗਾ? ਹੋਲਿਸਟਿਕ ਹੈਲਥ ਨਾਲ ਆਏਗਾ। ਇਹ ਇਕੱਲੀਆਂ ਕੈਮੀਕਲ ਬੇਸਡ ਮੈਡੀਸਨ ਜਾਂ ਸਰਜਰੀ ਜਾਂ ਜਿਹੜੇ ਇੰਟੈਂਸਿਵ ਟ੍ਰੀਟਮੈਂਟਸ ਨੇ ਉਹ ਆਪਣੀ ਇੰਪੋਰਟੈਂਸ ਹੈ। ਜਦੋਂ ਕਿਸੇ ਕ੍ਰਿਟੀਕਲ ਸਟੇਜ ਤੇ ਇੱਕ ਲਿਮਟ ਤੋਂ ਵੱਧ ਮਨੁੱਖ ਕਰ ਜਾਂਦਾ ਤਾਂ ਉਹਦੀ ਆਪਣੀ ਇੰਪੋਰਟੈਂਸ ਹੈ। ਉਹਦੀ ਇੰਪੋਰਟੈਂਸ ਨੂੰ ਵੀ ਘਟਾਉਣ ਦੀ ਲੋੜ ਨਹੀਂ ਹੈ, ਨਾ ਕੋਈ ਜ਼ਰੂਰਤ ਹੈ, ਨਾ ਕੋਈ ਨਾ ਉਹ ਜੇ ਕੋਈ ਉਹਨੂੰ ਘਟਾ ਕੇ ਦੇਖਾਂਗੇ ਤਾਂ ਵੀ ਉਹ ਗੱਲ ਜਿਹੜੀ ਆ ਉਹ ਸੈਕਟੇਰੀਅਨਿਜ਼ਮ ਹੋ ਜਾਏਗਾ, ਉਹ ਜਿਹੜੀ ਹੈ ਉਹ ਅਨਸਾਇੰਟੀਫਿਕ ਹੋ ਜਾਏਗੀ ਗੱਲ। तो इस करके ਇਹਦੇ ਵਿੱਚ ਜਿਹੜੀ ਡਾਈਟ ਦਾ ਰੋਲ ਹੈ, ਬਾਕੀ ਚੀਜ਼ਾਂ ਦਾ ਰੋਲ ਹੈ, ਉਹ ਵੰਡਰਫੁਲ ਰੋਲ ਹੈ। ਔਰ ਕੀ ਰੇਂਜ ਹੈ, ਮੈਨੂੰ ਫਿਰ ਕਾਊਂਟ ਕਰਦੇ ਹਾਂ, ਬੜਾ ਪਿਆਰਾ ਸਪੈਕਟਰਮ ਹੈ ਪੂਰਾ, ਵੱਡਾ ਚੌੜਾ, ਲੰਬਾ ਚੌੜਾ। ਡਾਈਟ ਮੋਸਟ ਇੰਪੋਰਟੈਂਟ, ਅਸੀਂ ਉਹਨੂੰ 5 ਪਿਲਰਸ ਦਾ ਨਾਂ ਦਿੱਤਾ ਕਿ 5 ਪਿਲਰਸ ਨੇ। ਵੈਸੇ ਤਾਂ ਆਹਾਰ ਕਹਿਣਾ ਚਾਹੀਦਾ, ਉਹ 'ਚ ਹਵਾ ਪਾਣੀ ਵੀ ਸ਼ਾਮਿਲ ਹੈ, ਲੇਕਿਨ ਕਿਉਂਕਿ ਹਵਾ ਪਾਣੀ ਦੀ ਲੜਾਈ ਲੰਬੀ ਲੜਾਈ ਹੈ, ਸਾਰੇ ਸਮਾਜ ਨੇ ਲੜਨੀ ਹੈ, ਉਹਨੂੰ ਅਸੀਂ ਬਹੁਤਾ ਜ਼ਿਆਦਾ ਨਹੀਂ ਲਿਆ ਰਹੇ, ਇਸ ਕਰਕੇ ਕਿ ਇਹ ਲੰਬੀ ਲੜਾਈ ਨਾਲ ਲੜਾਂਗੇ। ਭੋਜਨ ਸਾਡੇ ਹੱਥ 'ਚ ਹੈਗਾ। ਭੋਜਨ ਅੱਜ ਵੀ ਅਸੀਂ ਖੁਸ਼ਕਿਸਮਤ ਹਾਂ ਹਿੰਦੁਸਤਾਨ ਵਰਗੇ ਮੁਲਕ 'ਚ, ਜਿੱਥੇ ਅੱਜ ਵੀ ਅਸੀਂ ਭੋਜਨ ਬਦਲਣਾ ਚਾਹੀਏ ਤਾਂ 70-80% ਭੋਜਨ ਅਸੀਂ ਬਦਲ ਸਕਦੇ ਹਾਂ। ਅਮਰੀਕਾ ਵਰਗੇ ਮੁਲਕ ਤੁਸੀਂ ਜਾਓਗੇ ਤਾਂ ਸ਼ਾਇਦ ਉਹ 70-80% ਵੀ ਘੱਟ ਕੇ 20-25% ਤੇ ਆ ਜਾਂਦਾ। 80% ਭੋਜਨ ਤੁਸੀਂ ਬਦਲ ਹੀ ਨਹੀਂ ਸਕਦੇ, ਤੁਸੀਂ ਜ਼ੋਰ ਲਾਓਗੇ ਤਾਂ ਵੀ ਨਹੀਂ ਬਦਲਿਆ ਜਾਣਾ। ਤੇ ਇਸ ਕਰਕੇ ਭੋਜਨ ਜਿਹੜਾ ਹੈ ਸਭ ਤੋਂ ਇੰਪੋਰਟੈਂਟ ਪਿਲਰ ਹੈ, ਸਭ ਤੋਂ ਸੈਂਟਰਲ ਪਿਲਰ ਹੈ, ਸਭ ਤੋਂ ਪਾਵਰਫੁਲ ਪਿਲਰ ਹੈ। ਨੰਬਰ 2 ਤੇ ਉਹਦੇ ਨਾਲ ਜੁੜਵੇਂ ਪਲਾਂਟਸ ਨੇ, ਦਵਾ ਪੌਦੇ, ਮੈਡੀਸਨਲ ਪਲਾਂਟਸ। ਜਿਹੜੀ ਜਿਵੇਂ ਉਹ ਜੋੜੀ ਖਰਾਬ ਕਰਦੀ ਸੀ ਨਾ ਇੰਸੂਲਿਨ ਤੇ ਗਲੂਕੋਸ ਵਾਲੀ, ਇਹ ਜੋੜੀ ਠੀਕ ਕਰਦੀ ਆ। ਭੋਜਨ ਪੌਦੇ ਤੇ ਦਵਾ ਪੌਦੇ, ਇਹ ਦੋਨੋਂ ਬਹੁਤ ਪਿਆਰੇ ਨੇ, ਬੜੀ ਪਿਆਰੀ ਜੋੜੀ ਹੈ। ਜਿਹਨਾਂ ਨੂੰ ਆਪਾਂ ਅਡਾਪਟ ਕਰ ਲਈਏ, ਕੋਈ 40-50 ਭੋਜਨ ਦੇ ਪੌਦੇ ਨੇ ਤੇ ਇੰਨੀਆਂ ਕੀ ਲਗਭਗ ਦਵਾ ਪੌਦੇ ਨੇ। 100 ਕੁ ਪੌਦੇ ਦੀ ਲੋੜ ਹੁੰਦੀ ਬਹੁਤੀ। ਇਹ 100 ਪੌਦੇ ਦਾ ਕਲਚਰ ਜੇ ਸਾਡੀ ਰਸੋਈ 'ਚ ਆ ਗਿਆ ਤਾਂ ਸਮਝੋ ਤੁਸੀਂ 80% ਕੰਮ ਆਪਣਾ ਨਿਬੇੜ ਲਿਆ। ਨੰਬਰ 3 ਤੇ ਹੈ ਫਿਜ਼ੀਕਲ ਐਕਸਰਸਾਈਜ਼। ਉਹ ਕਿਸੇ ਵੀ ਸ਼ਕਲ 'ਚ ਉਮਰ ਦੇ ਹਿਸਾਬ ਨਾਲ, ਟੇਸਟ ਦੇ ਹਿਸਾਬ ਨਾਲ ਅਲੱਗ-ਅਲੱਗ ਐਕਸਰਸਾਈਜ਼ ਨੇ। ਬੱਚੇ ਗੇਮਾਂ ਖੇਡ ਸਕਦੇ ਆ, ਕੁੜੀਆਂ ਰੱਸੀ ਟੱਪ ਸਕਦੀਆਂ ਨੇ,
ਕੋਈ ਸਾਈਕਲਿੰਗ ਕਰਨ ਵਾਲਾ, ਕੋਈ ਸਵਿਮਿੰਗ ਵਾਲਾ, ਜਿੱਦਾਂ ਦਾ ਤੁਹਾਨੂੰ ਸਵਾਦ ਟੇਸਟ ਹੈ ਕਰੋ, ਲੇਕਿਨ ਫਿਜ਼ੀਕਲ ਐਕਸਰਸਾਈਜ਼ ਜ਼ਰੂਰੀ ਹੈ, ਕਿਉਂਕਿ ਮਨੁੱਖੀ ਸਰੀਰ ਬਣਿਆ ਹੀ ਸਖਤ ਮਸ਼ੱਕਤ ਲਈ ਆ। ਇਹਦੀ ਰਚਨਾ ਹੀ ਇਦਾਂ ਦੀ ਆ, ਇਹ ਕੁਦਰਤ ਨੇ ਸਾਨੂੰ ਬਣਾਇਆ ਹੀ ਇਦਾਂ ਹੈ ਕਿ ਜੇ ਤੁਸੀਂ ਮਸ਼ੱਕਤ ਨਹੀਂ ਕਰੋਗੇ ਜਾਂ ਮਸ਼ੱਕਤ ਨਹੀਂ ਤਾਂ ਫਿਰ ਐਕਸਰਸਾਈਜ਼ ਕਰੋ, ਨਹੀਂ ਤਾਂ ਫਿਰ ਬਿਮਾਰ ਹੋਵੋਗੇ। ਉਹਨੂੰ ਨਾ ਗਾਂ ਜੋ ਮਰਜ਼ੀ ਦੇ ਜੋ ਗਰਦਨ ਤੇ ਹੋ ਗਿਆ ਤਾਂ ਜੀ ਸਰਵਾਈਕਲ ਹੋ ਗਿਆ, ਇੱਥੇ ਹੋ ਗਿਆ ਤਾਂ ਜੀ ਉਹ PIVD ਹੋ ਗਿਆ, ਥੱਲੇ ਹੋ ਗਿਆ ਤਾਂ ਹਿਪ ਜੁਆਇੰਟ ਹੋ ਗਿਆ, ਫਿਰ ਗੋਡੇ ਖੜ, ਤਾਂ ਉਹ ਨਾ ਜੋ ਮਰਜ਼ੀ ਦੇ ਲਓ। ਗੱਲ ਵਿੱਚੋਂ ਕੀ ਹੈ ਕਿ ਹੱਡੀਆਂ ਕਮਜ਼ੋਰ ਨੇ, ਪੱਠੇ ਕਮਜ਼ੋਰ ਨੇ, ਤੇ ਜੋੜ ਜਿਹੜੇ ਲਚਕ ਨਹੀਂ ਰਹੀ। ਉਹ ਕਿਉਂ ਨਹੀਂ ਰਹੀ? ਕਿਉਂਕਿ ਕੰਮ ਨਹੀਂ ਕਰਦੇ, ਵਿਹਲਾ ਫਿਰ ਵਿਹਲਾ ਰਹਿਣਾ ਅਯਾਸ਼ੀ ਹੋ ਗਈ। ਜਿੰਨਾ ਜ਼ਿਆਦਾ ਵਿਹਲਾ ਬੈਠਾ ਉਹਨਾਂ ਉਹ ਬੰਦਾ ਰਈਸ ਹੈ ਰਾਇਲ ਹੈ। ਇਹ ਅਸੀਂ ਕਲਚਰ ਬਣਾ ਲਿਆ, ਤਾਂ ਉਹ ਬਿਮਾਰ ਹੋ ਗਏ। ਸੋ ਤੀਜਾ ਪਿਲਰ ਜਿਹੜਾ ਹੈਗਾ ਉਹ ਹੈ ਐਕਸਰਸਾਈਜ਼। ਚੌਥਾ ਪਿਲਰ ਹੈ ਮਾਈਂਡ ਮੈਨੇਜਮੈਂਟ, ਕਿ ਜੇ ਇੱਥੇ ਜੇ ਖੁਸ਼ੀ ਹੈ ਤਾਂ ਤੰਦਰੁਸਤੀ ਹੈ, ਜੇ ਡਰ ਹੈ, ਨਫ਼ਰਤ ਹੈ, ਬਦਲੇ ਦੀ ਭਾਵਨਾ ਹੈ, ਵੈਰ ਵਿਰੋਧ ਹੈ ਤਾਂ ਬਿਮਾਰੀ ਹੈ। ਇਹ ਮਾਈਂਡ ਮੈਨੇਜਮੈਂਟ ਹੈ, ਉਹ ਚੌਥਾ ਇਹ ਆ। ਤੇ ਪੰਜਵਾਂ ਹੈ ਕਿ ਜਿਹੜੀਆਂ ਪੈਥੀਜ਼ ਨੇ, ਸਾਰੀਆਂ ਪੈਥੀਜ਼ ਜਿਹੜੀਆਂ ਬਹੁਤ ਬਿਊਟੀਫੁਲ ਨੇ। ਉਹ ਮੈਂ ਪਤਾ ਨਹੀਂ ਪਿੰਡਾਂ 'ਚ ਪੜ੍ਹੇ ਸੀਗੇ ਕਿ ਉਹ ਖੁਸ਼ਕਿਸਮਤੀ ਸੀ, ਮੈਨੂੰ MBBS ਕਰਦੇ ਹੀ ਸਮਝ ਆ ਗਈ ਵੀ ਜਿਹੜੀਆਂ ਬਾਕੀ ਪੈਥੀਆਂ ਨੇ ਨਾ, ਐਲੋਪੈਥੀ ਠੀਕ ਹੈ, ਇਹ 'ਚ ਆਪਾਂ ਡਿਗਰੀ ਕਰ ਰਹੇ ਹਾਂ, MBBS ਕਰ ਰਹੇ ਹਾਂ, ਪਰ ਬਾਕੀ ਪੈਥੀਆਂ ਵੀ ਯਾਰ ਬਚਪਨ ਤੋਂ ਦੇਖਦੇ ਆਏ ਹਾਂ, ਸਾਰਾ ਕੁਝ ਚੰਗਾ ਭਲਾ ਬੜਾ ਸੋਹਣਾ ਵੈਦਾਂ ਤੋਂ ਟ੍ਰੀਟਮੈਂਟ ਕਰਾਉਂਦੇ ਹੁੰਦੇ ਸੀਗੇ। ਤਾਂ ਸਾਡੇ ਕਾੜੇ ਨੇ, ਹੋਰ ਨੇ, ਕਈ ਕੁਛ, ਸਾਰਾ ਕੁਝ ਚੰਗਾ ਸੋਹਣਾ, ਤੇ ਉਹੀ ਫਿਰ ਉਹੋ ਜਿਹਾ ਸਵਾਦ ਬਣ ਗਿਆ, ਤੇ ਉਹੀ ਫਿਰ ਨਾਲ ਸਾਰੇ ਕੈਰੀਅਰ 'ਚ ਚੱਲਦਾ ਰਿਹਾ। ਤੇ ਹੁਣ ਆਉਂਦੇ ਇੰਨੀ ਸਮਝ ਆ ਗਈ ਵੀ ਇਹ ਲੱਗਿਆ ਵੀ ਇਹ ਤਾਂ ਵਾਕਿਆ ਹੀ ਬੜੇ ਗ੍ਰੇਟ ਨੇ। ਤੇ ਡਾਕਟਰ ਸਾਹਿਬ ਨੇ ਸਾਨੂੰ ਜਿੱਥੇ ਮਿਲਟਸ ਸਿਖਾਏ ਉੱਥੇ ਨਾਲ ਕਸ਼ਾਏ ਸਿਖਾਤੇ। ਇਹ ਕਸ਼ਾਏ ਕਹਿੰਦੇ ਹਾਂ, ਅਸੀਂ ਉਹਨੂੰ ਕਾੜੇ ਕਹਿ ਦਿੰਦੇ ਹਾਂ। ਤੇ ਕਾੜੇ ਜਿਹੜੇ ਸਾਡੇ ਕਲਚਰ ਦਾ ਪਾਰਟ ਸੀ, ਜਦੋਂ ਸ਼ੁਰੂ ਕੀਤਾ ਸੀਗਾ ਡਾਕਟਰ ਸਾਹਿਬ ਦੀ ਗੱਲ ਨੂੰ ਫੋਲੋ ਕਰਨਾ, ਤਾਂ ਮੈਨੂੰ ਲੱਗਿਆ ਸੀ ਵੀ ਦੋ ਚੀਜ਼ਾਂ 'ਚ ਬੜੀ ਔਖਾ ਆਏਗੀ। ਵੇਖਣਾ ਲੋਕਾਂ ਨੇ ਮਿਲਟਸ ਨਹੀਂ ਮੰਨਣੇ ਜਲਦੀ, ਤੇ ਇੱਕ ਕਾੜੇ ਉਹ ਕਹਿਣਗੇ ਵੀ ਇਹ ਬੜੇ ਬੈਕਵਰਡ ਜਿਹੇ ਬੰਦੇ ਆ, ਕਿੱਥੋਂ ਡਿਗਰੀਆਂ ਅੱਡੀਆਂ ਵੱਡੀਆਂ, ਤੇ ਗੱਲ ਕਾੜਿਆਂ ਦੀ ਕਰਦੇ ਆ। ਪਰ ਦੋਨੋਂ ਗੱਲਾਂ ਨੇ ਸਾਨੂੰ ਇੰਨਾ ਹੈਰਾਨ ਕੀਤਾ ਕਿ ਮਿਲਟਸ ਵੀ ਇੰਨੇ ਈਜ਼ੀਲੀ ਲੋਕਾਂ ਨੇ ਐਕਸੈਪਟ ਕਰ ਲਏ, ਔਰ ਕਾੜੇ ਉਸ ਤੋਂ ਵੀ ਈਜ਼ੀਲੀ ਐਕਸੈਪਟ ਕਰ ਲਏ। ਲੋਕ ਸ਼ੌਕ ਨਾਲ ਪੁੱਛਣਗੇ ਵੀ ਕਾੜੇ ਦੱਸੋ ਜੀ, ਕਾਹਦੇ ਪੀਏ। ਜੋ ਉਹਨਾਂ ਪਤਾ ਲੱਗਿਆ ਵੀ ਕਾੜੇ ਦੱਸਦੇ ਆ, ਵੀ ਕਾੜਾ ਕਿਹੜਾ ਪੀਣਾ ਜੀ। ਅਸੀਂ ਫਿਰ ਉੱਦਾਂ ਹੀ ਜਿਵੇਂ ਡਾਕਟਰ ਸਾਹਿਬ ਨੇ ਸਿਖਾਇਆ ਸਾਨੂੰ, ਇਹਨਾਂ ਨੇ PDF ਪਾ ਰੱਖੀ ਆ ਆਪਣੀ ਵੈਬਸਾਈਟ 'ਤੇ। ਉਹ PDF ਬੜੀ ਪਿਆਰੀ, ਸਭ ਨੇ ਦੇਖੀ ਹੋਣੀ ਆ, ਉਹਨਾਂ ਦੀ ਵੈਬਸਾਈਟ 'ਤੇ ਪਈ ਆ, www.sri G। मैं दर्शकों को बताना चाहूँगा, डॉक्टर अमर सिंह आज़ाद जो MBBS MD हैं, मैं आचार्य मनीष, हमारे साथ डॉक्टर अवधेश पांडे वो भी MBBS MD हैं, डॉक्टर बिस्वरूप राय चौधरी, डॉक्टर खादर वली, और हमारे पास 250 डॉक्टर्स की टीम। हमारी पूरी टीम ने मिल के पूरे भारत से शुगर को, BP को, जो गोलियां खिलाकर कंट्रोल करने का जो साइंस चल रही है, जिसको मेडिकल माफिया बोलते हैं, जो ये बोलता है कि गोली खा के कंट्रोल होती है, हम बिना दवाइयाँ शुगर को भी, BP को भी रिवर्स करना सिखा रहे हैं। तो आप हिम्स हॉस्पिटल चंडीगढ़ में संपर्क करो। ये यहाँ पे ये हिम्स हॉस्पिटल एंड इंस्टीट्यूट ऑफ इंटीग्रेटेड मेडिकल साइंसेज, जो कि डेराबस्सी चंडीगढ़ में है। तो जब आप यहाँ पे आ रहे हैं तो क्या आपकी एक्सपेक्टेशन होनी चाहिए, वो एक्सपेक्टेशन हमारे थेरेपी से मैच हो रही कि नहीं, ये आपके लिए जानना ज़रूरी है बिफोर यू स्टार्ट थिंकिंग अबाउट कमिंग हेयर। यहाँ आने से पहले कुछ बातें आपके दिमाग में क्लियर होनी चाहिए। तो उनमें एक काम हमारा होता है कि ड्रग्स, दवाइयाँ, जो नशीली दवाइयाँ मिलती हैं, दी जाती हैं, जो एक वजह होती है पेशेंट की किडनी के ख़राब होने का, तो उन ड्रग्स को हम ड्रास्टिकली टेपर डाउन करते हैं, ड्रास्टिक टेपर डाउन। तो पहले तो मेंटल सेटअप ये करके आना है कि यहाँ आएंगे तो दवाइयाँ ड्रास्टिक टेपर डाउन हो सकती हैं। अगर आप उसके लिए तैयार हैं तो यहाँ पे आइए। इनका डायलिसिस पे है तो डायलिसिस का नेचुरल डायलिसिस पे आ जाएगा। हम तो बड़े सिंपली पेशेंट को ये समझाते हैं कि दुनिया में कोई भी बीमारी ज़ुबान पे लगाम नहीं है इसलिए आई है। अगर ज़ुबान पे लगाम खाने के लिए है तो डॉक्टर से वास्ता नहीं पड़ेगा। दूसरा, जो हमारे कैंसर के पेशेंट्स हैं, कैंसर के पेशेंट्स ये पहले ही जैसे डायग्नोसिस होता है उम्मीद छोड़ देते हैं कि अब तो टिकट कट गया, अब तो जाने की तैयारी हो गई, और साइकोलॉजिकली बहुत लो हो जाते हैं। तो छोटी छोटी चीज़ें भी उनके लिए बड़ा घातक हो जाती हैं। हम सबसे पहले उनको ये समझाते हैं कि ये जो कैंसर है ये आपका अपना सेल है जो इस स्थिति में आया है। क्या कोई स्थिति ऐसी है जिससे हम इसको रिवर्स कर पाएँ, और हम वही ये करते हैं। ये जितने भी आप पेशेंट देख रहे हैं ये सभी कैंसर के पेशेंट हैं। हिम्स हॉस्पिटल में हम लोग आयुर्वेद की अम्ब्रेला के नीचे हम लोग काम करते हैं, और यहाँ पे बिना किसी
दवाई के, बिना किसी सर्जरी के दवाइयों बीमारियों का इलाज करते हैं। लीवर रोग, किडनी रोग, हार्ट, सोराइसिस, कैंसर, ल्यूकोडर्मा, बीपी, शुगर, थायराइड, मोटापा, घुटनों का दर्द, क्या आप भी हैं इन जैसी किसी भी लाइलाज बीमारी से परेशान? तो अब आपको चिंता करने की कोई आवश्यकता नहीं है, क्योंकि हम लेकर आए हैं हिम्स के नाम से दिल्ली व चंडीगढ़ के अंदर 2 बड़े हॉस्पिटल हैं, जहां पर आपके खाने पीने रहने की सुविधा के साथ साथ एक ही छत के नीचे आयुर्वेद, पंचकर्मा, नेचुरोपैथी, होम्योपैथी, एलोपैथी व आहारीय चिकित्सा के माध्यम से आपकी बीमारी का सही समय पर सही समाधान किया जाता है। अगर आप भी चाहते हैं अपनी बीमारी का सही समाधान सही समय पर पाना, तो आप हमारे हिम्स हॉस्पिटल में आकर भी अपनी बीमारी का इलाज करवा सकते हैं। G1.org ਸ੍ਰੀ G1.org ਇਹਦੀ ਵੈਬਸਾਈਟ ਹੈ, ਉਹਦੀ ਹਿੰਦੀ PDF ਵੀ ਪਈ ਹੈ, ਇੰਗਲਿਸ਼ PDF ਵੀ ਪਈ ਹੈ। ਜਿਹਨੂੰ ਸ਼ੌਕ ਹੈ ਉਹਨੂੰ ਜਾ ਕੇ ਪੜ੍ਹੋ ਕਿ ਕਿਹੜੀ ਕਿਹੜੀ ਬਿਮਾਰੀ 'ਚ ਕਿਹੜਾ ਕਿਹੜਾ ਮਿਲਟ ਕਿੰਨਾ ਖਾਣਾ ਹੈ ਤੇ ਕਿਹੜੇ ਕਿਹੜੇ ਬੜੇ ਰਾਸ਼ਟਰਾਂ ਨੇ ਬੜੀ ਮਿਹਨਤ ਨਾਲ ਉਹ PDF ਬਣਾਈ ਹੈ ਔਰ ਬੜੀ ਰੈਡੀ ਰੈਕਨਰ ਹੈ ਉਹ ਤੁਹਾਨੂੰ ਜਿਹੜਾ ਦੇਖ ਕੇ ਆਪ ਹੀ ਡਾਕਟਰ ਬਣ ਜਾਓ ਆਪਣੇ। ਉਹ ਅਸੀਂ ਹੁਣ ਕੰਪੇਨ ਹੀ ਚਲਾਈ ਵੀ ਬੀ ਯੋਰ ਓਨ ਡਾਕਟਰ, ਆਪਣੇ ਡਾਕਟਰ ਆਪ ਬਣੋ। ਔਰ ਅਸੀਂ ਕਲੇਮ ਕਰਦੇ ਹਾਂ ਕਿ ਜੇ ਤੁਸੀਂ ਸਾਡੀਆਂ ਗੱਲਾਂ ਮੰਨੋ ਤੇ ਆਪਣੇ ਡਾਕਟਰ ਆਪ ਬਣ ਜਾਓਗੇ ਤਾਂ 80% ਤੁਹਾਨੂੰ ਲੋੜ ਹੀ ਨਹੀਂ ਪੈਗੀ ਕਿਤੇ ਜਾਣ ਦੀ। 20% ਮਾੜੀ ਮੋਟੀ ਜਿੱਥੇ ਉਲਝੋਗੇ ਫਿਰ ਡਾਕਟਰ ਕੋਲ ਜਾਣ ਦੀ ਲੋੜ ਹੈ। ਉਸ 20% ਚੋਂ ਕੋਈ ਹੋਮੋਪੈਥੀ ਵਾਲਾ ਬੈਠਾ, ਕੋਈ ਆਯੁਰਵੈਦਿਕ ਵਾਲਾ, ਕੋਈ ਨੈਚੁਰੋਪੈਥੀ ਵਾਲਾ, 5-7%, 10% ਹਸਪਤਾਲ ਵੀ ਜਾਣਾ ਪੈ ਸਕਦਾ, ਲੇਕਿਨ 90% ਤੁਸੀਂ ਹਸਪਤਾਲ ਜਾਣ ਤੋਂ ਬਚ ਜਾਓਗੇ। ਤਾਂ ਬੀ ਯੂਰ ਓਨ ਡਾਕਟਰ ਦਾ ਸਾਡਾ ਸਲੋਗਨ ਹੈ। ਸਾਡੇ ਜਿੰਨੇ ਸਭ ਬੈਠੇ ਆ, ਸਾਡੇ ਇੱਕੋ ਹੀ ਸਕੂਲ ਆਫ ਥਾਟ ਆ ਸਾਡਾ ਕਿ ਆਪਣੇ ਡਾਕਟਰ ਆਪ ਬਣੋ। ਤਾਂ ਇਹ ਸਾਰਾ ਜਿਹੜਾ ਵਰਤਾਰਾ ਕਿਤੇ ਨੇ ਤੇ ਲੇਟੈਸਟ ਜਿਹੜੀ ਮੈਂ ਰੈਫਰੈਂਸ ਦਊਂਗਾ ਉਹ ਹੈਗੀ ਕੁਆਂਟਮ ਹੀਲਿੰਗ। ਹੁਣ ਕੁਆਂਟਮ ਹੀਲਿੰਗ ਵੈਸਟ 'ਚੋਂ ਆਇਆ। ਕੁਆਂਟਮ ਹੀਲਿੰਗ ਬੜੀ ਪਿਆਰੀ ਚੀਜ਼ ਆ, ਔਰ ਜੇ ਉਹਨੂੰ ਤੁਸੀਂ ਬਹੁਤ ਧਿਆਨ ਨਾਲ ਦੇਖੋਗੇ ਜਾਂ ਐਨਾਲਾਈਜ਼ ਕਰੋਗੇ ਤਾਂ ਸ਼ਾਇਦ ਸਟਰੋਂਗੈਸਟ ਹੈ। ਕੁਆਂਟਮ ਹੀਲਿੰਗ ਹੈ ਊਰਜਾ ਨੂੰ ਕਿਵੇਂ ਯੂਜ਼ ਕਰੋ। ਡਾਕਟਰ ਸਾਹਿਬ ਜਿੱਦਾਂ ਕਿ ਧੁੱਪ 'ਚ ਖੜੋ ਜਾ ਕੇ, ਉਹ ਕੁਆਂਟਮ ਹੀਲਿੰਗ ਹੈ। ਯੋਗਾ ਦੇ ਪ੍ਰਾਣਾਯਾਮ ਕੁਆਂਟਮ ਹੀਲਿੰਗ ਹੈ। ਮੰਤਰਾ ਜਾਪ ਅਸੀਂ ਕਰਦੇ ਸੀਗੇ, ਉਹ ਕੁਆਂਟਮ ਹੀਲਿੰਗ ਹੈ। ਮੈਡੀਟੇਸ਼ਨ ਉਹਨੂੰ ਵੈਸਟ ਨੇ ਮੈਡੀਟੇਸ਼ਨ ਕਹਿ ਦਿੱਤਾ, ਉਹ ਮੰਤਰਾ ਜਾਪ ਕਹਿੰਦੇ ਸੀਗੇ। ਯੋਗਾ ਨੇ 7 ਸੈਂਟਰ ਡਿਫਾਈਨ ਕਰਤੇ, 7 ਸੈਂਟਰਾਂ ਦੀ ਗੱਲ ਕਰਤੀ ਵੀ 7 ਸੈਂਟਰਾਂ ਨੂੰ ਬੈਲੈਂਸ ਕਰ ਲਓ ਮੈਡੀਟੇਸ਼ਨ ਕਰਕੇ ਤੇ ਉਹ ਠੀਕ ਹੋ ਜਾਂਦਾ। ਤੇ ਇਹਨੂੰ ਕੁਆਂਟਮ ਹੀਲਿੰਗ ਇੱਥੋਂ ਫੂਡ ਤੋਂ ਲੈ ਕੇ ਕੁਆਂਟਮ ਹੀਲਿੰਗ ਤੱਕ ਸਾਡਾ ਪੂਰੀ ਰੇਂਜ ਹੈ, ਜਿਹਨੂੰ ਅਸੀਂ ਹੋਲਿਸਟਿਕ ਹੈਲਥ ਕੇਅਰ ਕਹਿੰਦੇ ਹਾਂ। ਤੇ ਉਹ ਜਿਹੜਾ ਹੈ ਸਾਡਾ ਕਿਤੇ ਨਾ ਕਿਤੇ ਉਹ ਸਟ੍ਰੈਸ ਹੈ, ਉਹ ਸਾਡਾ ਤਰੀਕਾ ਹੈ ਤੇ ਉਹ ਸਾਡਾ ਜਿਹਨੂੰ ਕਹਿੰਦੇ ਹਥਿਆਰ ਹੈ, ਜਿਹਦੇ 'ਚ ਡਾਕਟਰ ਖਾਦਰ ਵਲੀ ਸਾਡੇ ਲੀਡਿੰਗ ਲੀਡਰ ਨੇ, ਜਿਨ੍ਹਾਂ ਦੀ ਛਤਰਛਾਇਆ ਥੱਲੇ ਅਸੀਂ ਸਿੱਖਦੇ ਹਾਂ, ਫਿਰ ਇੱਕ ਦੂਜੇ ਤੋਂ ਸਿੱਖ ਰਹੇ ਹਾਂ ਬਹੁਤ ਜ਼ਿਆਦਾ ਐਕਸਟੈਂਸਿਵਲੀ। ਅਤੇ ਇਹ ਜਿਹੜਾ ਮਿਲਟਸ ਦਾ ਵਰਤਾਰਾ ਹੈ ਇਹ ਪੰਜਾਬ 'ਚ ਹੁਣ ਸਾਊਥ ਤੋਂ ਆ ਰਹੇ ਹੈ। KVM ਨੇ ਇਨੀਸ਼ੀਏਟਿਵ ਲੈ ਕੇ ਪਿਛਲੇ 3 ਸਾਲ ਤੋਂ ਉਗਾਉਣੇ ਸ਼ੁਰੂ ਕੀਤੇ ਹੈ। ਹੁਣ ਸ਼ੈਲਰ ਵੀ ਲਵਾ ਲਏ 3। ਤਾਂ ਇਹ ਵਰਤਾਰਾ ਇੱਕ ਮੂਵਮੈਂਟ ਦੀ ਸ਼ਕਲ ਲੈ ਰਿਹਾ। ਤੁਹਾਡੀ ਸਭ ਦੀ ਜਿਹੜੀ ਅੱਜ ਤੁਹਾਡੀ ਹਾਜ਼ਰੀ ਵੀ ਇਹ ਦੱਸਦੀ ਹੈ ਕਿ ਕਿੰਨਾ ਇੱਕ ਚੇਤਨਾ ਫੈਲ ਚੁੱਕੀ ਹੈ ਅਤੇ ਕਿੰਨੀ ਤੇਜ਼ੀ ਨਾਲ ਫੈਲ ਰਹੀ ਹੈ। ਅਤੇ ਸਾਰੇ ਕੰਟਰੀ 'ਚੋਂ ਲਗਭਗ ਰਿਸਪੌਂਸ ਬਹੁਤ ਅੱਛਾ ਆ ਰਿਹਾ। ਤਾਂ ਇਹਦੇ 'ਚ ਤੁਹਾਡਾ ਸਾਰਿਆਂ ਦਾ ਧੰਨਵਾਦ। ਅਸੀਂ ਸਾਰੇ ਇੱਕੋ ਹੀ ਉਸ ਲਹਿਰ ਦੇ, ਉਸ ਕੰਪੇਨ ਦੇ, ਉਸ ਮੂਵਮੈਂਟ ਦਾ ਹਿੱਸਾ ਹਾਂ, ਜਿਹਦਾ ਪਰਪਜ਼ ਕੀ ਹੈ ਕਿ ਸਿਹਤਮੰਦ ਇਨਸਾਨ ਜਿਹੜਾ ਹੋਣਾ ਚਾਹੀਦਾ, ਉਹਨੂੰ ਬਿਮਾਰੀਆਂ ਲੱਗਣ ਹੀ ਨਾ, ਅਤੇ ਜੇ ਲੱਗ ਜਾਣ ਤਾਂ ਫਿਰ ਉਹ ਇਹੋ ਜਿਹੀਆਂ ਚੀਜ਼ਾਂ, ਨੇਚੁਰਲ ਚੀਜ਼ਾਂ ਵਰਤ ਕੇ ਠੀਕ ਹੋ ਜਾਣ। ਤਾਂ ਇਹ ਹੈ ਪੂਰੇ ਦਾ ਪੂਰਾ ਵਰਤਾਰਾ। ਉਹ ਦੂਜੀ ਗੱਲ ਜਿਹੜੀ ਖੇਤੀ ਵਿਰਾਸਤ ਮਿਸ਼ਨ 'ਤੇ ਅਸੀਂ ਲੈ ਰਹੇ ਹਾਂ ਉਹਨੂੰ ਐਜ਼ ਏ ਹੋਲ, ਕਿ ਇਹ ਜਿਹੜਾ ਗੁੱਡ ਹੈਲਥ ਵਾਲਾ ਵਰਤਾਰਾ ਹੈ ਇਹ ਖੇਤੀ ਤੋਂ ਸ਼ੁਰੂ ਹੋਣਾ ਹੈ। ਖੇਤੀ ਦੇ ਵਿੱਚ ਅਗਰ ਅਸੀਂ ਅੱਛਾ ਭੋਜਨ ਉਗਾ ਲਾਂਗੇ, ਉਹਨੂੰ ਪ੍ਰੋਸੈਸ ਠੀਕ ਢੰਗ ਨਾਲ ਕਰ ਲਾਂਗੇ, ਉਹਨੂੰ ਠੀਕ ਢੰਗ ਨਾਲ ਰਸੋਈ 'ਚ ਪਕਾ ਲਾਂਗੇ, ਫਿਰ ਅਸੀਂ ਉਹਨੂੰ ਠੀਕ ਢੰਗ ਨਾਲ ਖਾ ਲਾਂਗੇ, ਤਾਂ ਸਿਹਤ ਦੀ ਵੀ ਬੱਲੇ ਬੱਲੇ ਆ, ਮਿੱਟੀ ਵੀ ਬਚ ਜਾਏਗੀ, ਪਾਣੀ ਵੀ ਬਚ ਜਾਏਗਾ ਅਤੇ ਕੁਦਰਤ ਵੀ ਬਚ ਜਾਏਗੀ, ਸਾਰਾ ਕੁਛ ਹੀ ਮਤਲਬ ਤੇ ਰੁਜ਼ਗਾਰ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇਹ ਮਾਡਲ ਆਉਂਦਾ ਹੈ, ਜਿਹਦੀ ਅਸੀਂ ਖੇਤੀ ਦੇ ਮਾਡਲ ਦੀ ਗੱਲ ਕਰਦੇ ਹਾਂ, ਇਹ ਮਾਡਲ ਆਉਂਦਾ ਖੇਤੀ 'ਚ ਅਤੇ ਇਹ ਮਾਡਲ ਆਉਂਦਾ ਹੈਲਥ 'ਚ, ਅਤੇ ਇਹ ਸਾਰਾ ਹੀ ਰੁਜ਼ਗਾਰ ਹੀ ਰੁਜ਼ਗਾਰ ਹੈ। ਤੁਹਾਨੂੰ ਬੰਦੇ ਨਹੀਂ ਲੱਭਣੇ, ਇੰਨਾ ਕੰਮ ਹੋ ਜਾਣਾ ਕਿ ਬੰਦੇ ਨਹੀਂ ਲੱਭਣੇ। ਸੋ ਜਿਹੜਾ ਉਹ ਜਿਹੜਾ ਫਾਲਤੂ ਦਾ ਲੋਕਾਂ ਨੇ ਪਿਛਲੇ ਸਾਲਾਂ ਦੇ ਰੱਖਿਆ ਸੀਗਾ ਕਿ ਇੰਡਸਟਰੀ ਤੋਂ ਆਏਗੀ ਇੰਪਲੋਇਮੈਂਟ, ਖੇਤੀ ਤੋਂ ਆਏਗੀ ਇੰਪਲੋਇਮੈਂਟ। ਖੇਤੀ ਔਰ ਖੇਤੀ ਨਾਲ ਰਿਲੇਟਡ ਸਾਰੇ ਧੰਦੇ ਸਣੇ ਸਿਹਤ। ਜਿਹੜਾ ਸਾਡਾ ਮਾਡਲ ਹੈ, ਅਸੀਂ ਤਾਂ 12ਵੀਂ ਪਾਸ ਬੰਦੇ ਨੂੰ ਡਾਕਟਰ ਬਣਾਈ ਜਾਂਦੇ ਹਾਂ। ਕਿੰਨੇ ਹੀ ਬੰਦੇ ਡਾਕਟਰ ਬਣ ਜਾਣੇ ਆਪਣੇ ਪਿੰਡ, ਆਪਣੇ ਮਹੱਲੇ ਦੇ। ਅਸੀਂ ਸਿਖਾਈ ਜਾ ਰਹੇ ਹਾਂ ਉਹਨੂੰ। ਇਹਦਾ ਖੇਤੀ, ਕੁਮਿੰਦਰ ਜੀ ਸਿਖਾਈ ਜਾਂਦੇ ਖੇਤੀ,
ਦੇਖੋ ਆਰਗੈਨਿਕ ਖੇਤੀ ਕਰੋ, ਇਹਨਾਂ ਕੋਲ ਲੇਬਰ ਦੀ ਘਾਟ ਹੀ ਘਾਟ ਹੈ ਜਿੰਨੀ ਮਰ ਤਾਂ ਰੁਜ਼ਗਾਰ ਹੀ ਰੁਜ਼ਗਾਰ ਹੈ ਨਿਰਾ। ਤਾਂ ਆਪਣੇ ਪਿੰਡ ਜਿਹੜੇ ਨੇ ਉਹ ਅਸੀਂ ਕਹਿੰਦੇ ਵਿਲੇਜ ਸੈਂਟਰਿਕ, ਖੇਤੀ ਸੈਂਟਰਿਕ, ਕਿਸਾਨ ਸੈਂਟਰਿਕ। ਕਿਸਾਨ ਕੁਦਰਤ ਦਾ ਸੱਚਾ ਪੁੱਤਰ ਹੈ, ਉਹਨੂੰ ਕੇਂਦਰ 'ਚ ਰੱਖੋ, ਖੇਤੀ ਨੂੰ ਕੇਂਦਰ 'ਚ ਰੱਖੋ। ਖੇਤੀ ਸਭ ਤੋਂ ਉੱਤਮ ਪੇਸ਼ਾ ਹੈ ਤੇ ਕਿਸਾਨ ਸਭ ਤੋਂ ਸੱਚਾ ਪੁੱਤਰ ਹੈ। ਉਹਨੂੰ ਖੇਤਰ ਰੱਖ ਕੇ ਆਲੇ ਦੁਆਲੇ ਉਹਦੀ ਐਗਰੋ ਬੇਸਡ ਛੋਟੇ ਛੋਟੇ ਇੰਡਸਟਰੀ ਹੋਵੇ, ਐਗਰੋ ਬੇਸਡ ਦੀ ਬਿਜ਼ਨਸ ਹੋਵੇ। ਸਾਰਾ ਜਿਹੜਾ ਸਾਡਾ ਸੱਭਿਆਚਾਰ ਹੈ, ਬੋਲੀ ਹੈ, ਸਾਰਾ ਕਿਤੇ ਨਾ ਕਿਤੇ ਪਿੰਡ ਦੇ ਰਾਊਂਡ ਘੁੰਮੇ। ਸਾਡੇ ਪਿੰਡ ਕੇਂਦਰ ਹੋਣ ਡਿਵੈਲਪਮੈਂਟ ਦੇ, ਸ਼ਹਿਰ ਨਹੀਂ। ਤਾਂ ਪਿੰਡ ਕੇਂਦਰ ਹੋਣ ਤੇ ਮਨੁੱਖ ਕੇਂਦਰ 'ਚ ਹੋਵੇ, ਮਨੁੱਖ ਦੀ ਵੈਲਫੇਅਰ ਕੇਂਦਰ 'ਚ ਹੋਵੇ, ਕੁਦਰਤ ਦੀ ਕੇਂਦਰ 'ਚ ਹੋਵੇ। ਸੋ ਮਨੁੱਖ ਪੱਖੀ, ਕੁਦਰਤ ਪੱਖੀ ਜਿਹੜਾ ਇਹ ਮਾਡਲ ਹੈ, ਇਹ ਸਾਰਾ ਰਲ ਕੇ ਇੱਕ ਹੋਲਿਸਟਿਕ ਮਾਡਲ ਹੈ। ਧੰਨਵਾਦ।